ਅਸੀਂ 3 ਮੈਂਬਰ ਸਾਂ ਜਿਨ੍ਹਾਂ ਨੇ ਰਿਪੋਰਟ ਤਿਆਰ ਕੀਤੀ ਪੜਤਾਲ ਕਰਨ ਉਪਰੰਤ ਤੇ ਜਿਸ ਦੀਆਂ 3 ਕਾਪੀਆਂ ਬਣਾਈਆਂ ਸਨ। ਦਾਸ ਦੇ ਕੋਲ ਇੱਕ ਕਾਪੀ ਹੈ ਜਿਹਦੇ ਹਰ ਅੰਗ ਦੇ ਉੱਤੇ ਦਸਤਖਤ ਹਨ 3 ਮੈਂਬਰਾਂ ਦੇ। ਇਹ ਕਹਿਣਾ ਝੂਠ ਹੈ ਕਿ ਕੋਈ ਅਸਲ ਤੇ ਨਕਲ ਕਾਪੀ ਬਣਾਈ ਗਈ ਹੈ, ਜੋ ਕਿ ਸਾਬਕਾ ਜਥੇਦਾਰ ਰਹੇ ਜਿਨ੍ਹਾਂ ਦੀ ਬੋਲਬਾਣੀ ਬੜੀ ਖੌੜੀ ਸੀ। ਉਹਨਾਂ ਨੇ ਬਹੁਤ ਸਾਰੇ ਝੂਠ ਬੋਲੇ। ਫਿਰ ਦੂਜਾ ਇਹਨਾਂ ਨੇ ਝੂਠ ਬੋਲਿਆ ਕਿ ਭਾਈ ਈਸ਼ਰ ਸਿੰਘ ਸਾਹਿਬ ਦੇ ਕਲਾਸਮੇਟ ਹਨ। ਫਿਰ ਤੀਜਾ ਝੂਠ ਇਹਨਾਂ ਨੇ ਇਹ ਗੱਲ ਕਹੀ ਕਿ ਬਾਦਲਾਂ ਦਾ ਜ਼ਿਕਰ ਉਹਨਾਂ ਦੇ ਰਿਪੋਰਟ ਦੇ ਵਿੱਚ ਲਿਖਿਆ ਹੋਇਆ ਹੈ। SGPC ਦੀ ਜਾਂਚ ਦਾ ਵਿਸ਼ਾ ਬਣਿਆ 328 ਪਾਵਨ ਸਰੂਪਾਂ ਦਾ ਮਾਮਲਾ ਥੰਮਦਾ ਨਜ਼ਰ ਨਹੀਂ ਆ ਰਿਹਾ ਹੈ, ਜਿਸ ਦੇ ਚੱਲਦੇ ਬੀਤੇ ਦਿਨੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਸ਼ਾਂਤਮਈ ਢੰਗ ਦੇ ਨਾਲ ਸਿੱਖ ਸੰਗਤਾਂ ਨਾਲ ਮਰਿਆਦਾ ਵਿੱਚ ਰਹਿੰਦਿਆਂ ਵਾਹਿਗੁਰੂ ਦਾ ਜਾਪ ਕਰਦਿਆਂ 4 ਘੰਟੇ ਮੋਰਚਾ ਲਾਇਆ ਗਿਆ ਸੀ, ਜਿਸ ਵਿੱਚ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਕੋਲੋਂ ਇਹ ਮੰਗ ਕੀਤੀ ਗਈ ਸੀ ਕਿ ਉਹ ਸੰਗਤਾਂ ਨੂੰ ਪਾਵਨ ਸਰੂਪਾਂ ਦਾ ਹਿਸਾਬ ਦੇਣ। ਇਸ ਮੌਕੇ ਉਹਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਦੋਸ਼ ਲਾਉਂਦਿਆਂ ਆਖਿਆ ਗਿਆ ਸੀ ਕਿ ਸ਼੍ਰੋਮਣੀ ਕਮੇਟੀ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਆਪਣਾ ਤੱਥ ਸਪਸ਼ਟ ਕਿਉਂ ਨਹੀਂ ਕਰ ਰਹੀ ਹੈ। ਉਹਨਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪ ਅਤੇ ਪੋਥੀਆਂ ਸੰਬੰਧੀ ਕੁਝ ਅੰਕੜੇ ਪੇਸ਼ ਕਰਦਿਆਂ ਮੰਗ ਕੀਤੀ ਗਈ ਸੀ ਕਿ ਸ਼੍ਰੋਮਣੀ ਕਮੇਟੀ ਇਹਨਾਂ ਦਾ ਹਿਸਾਬ ਦੇਣ। ਉਹਨਾਂ ਦੇ ਇਸ ਬਿਆਨ ਉੱਪਰ SGPC ਦੇ ਬੁਲਾਰੇ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਏ ਗਏ ਦੋਸ਼ ਅਤੇ ਦੱਸੇ ਗਏ ਅੰਕੜੇ ਸਪਸ਼ਟ ਨਹੀਂ ਹਨ। ਇਹ ਬਿਆਨ ਸੰਗਤਾਂ ਨੂੰ ਭੜਕਾਉਣ ਅਤੇ SGPC ਦੀ ਛਵੀ ਨੂੰ ਖਰਾਬ ਕਰਨ ਵਾਸਤੇ ਦਿੱਤੇ ਗਏ ਹਨ। ਜਿਸ ਸੰਬੰਧੀ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਵੱਲੋਂ ਇਹ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਗਿਆ ਕਿ SGPC ਵੱਲੋਂ 328 ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਹਰ ਪੱਖ ਉੱਪਰ ਸੰਗਤਾਂ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਆਪਣੇ ਹੀ ਖਾਸ ਦੋਸਤ ਐਡਵੋਕੇਟ ਈਸ਼ਰ ਸਿੰਘ ਪਾਸੋਂ 267 ਸਰੂਪਾਂ ਦੀ ਜਾਂਚ ਦਾ ਜੋ ਪ੍ਰੋਗਰਾਮ ਪੇਸ਼ ਕੀਤਾ ਗਿਆ ਹੈ, ਉਸ ਵਿੱਚ 267 ਸਰੂਪਾਂ ਦੀ ਜਗ੍ਹਾ 328 ਸਰੂਪਾਂ ਦੀ ਰਿਪੋਰਟ ਪੇਸ਼ ਕਰ ਗੁੰਮਰਾਹ ਕੀਤਾ ਜਾ ਰਿਹਾ ਹੈ। ਜੇਕਰ ਰਿਪੋਰਟ ਵਿੱਚ 328 ਸਰੂਪ ਲਾਪਤਾ ਹਨ ਤਾਂ ਫਿਰ ਉਹ ਕਿੱਥੇ ਹਨ? ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੇ ਵੱਲੋਂ ਇਸ ਬਾਰੇ ਹੋਰ ਕੀ ਕਿਹਾ ਗਿਆ, ਤੁਸੀਂ ਆਪ ਹੀ ਸੁਣ ਲਓ। ਈਸ਼ਰ ਸਿੰਘ ਜੀ ਕਹਿੰਦੇ ਨੇ ਕਿ ਆਪਣੀ ਵੀਡੀਓ ਵਿੱਚ ਕਿ ਭਾਈ ਰਣਜੀਤ ਸਿੰਘ ਨੇ ਝੂਠ ਬੋਲਿਆ ਕਿ 125 ਪਾਵਨ ਸਰੂਪ ਦੀ ਜਿਲਦ ਅਸਾਨੀ ਹੋ ਚੁੱਕੀ ਹੈ, ਕਿ ਉਹਨਾਂ ਵੱਲੋਂ ਆਪਣੀ ਰਿਪੋਰਟ ਦੇ ਪੰਨਾ ਸਫਾ ਨੰਬਰ 159 ਤੇ ਲਿਖ ਕੇ ਮੰਨਿਆ ਗਿਆ ਆਪ। ਤੇ ਇਹ ਈਸ਼ਰ ਸਿੰਘ ਜੀ ਕਹਿ ਰਹੇ ਨੇ ਕਿ ਇਹ ਝੂਠ ਬੋਲਿਆ ਉਹਨਾਂ ਨੇ। ਮੈਂ ਹੁਣ ਇਹਨਾਂ ਨੂੰ ਇਹਨਾਂ ਦੀ ਜਿਹੜੀ ਇਹਨਾਂ ਨੇ ਰਿਪੋਰਟ ਅਸਲੀ ਆ ਕਿ ਨਕਲੀ ਇਹਨਾਂ ਨੂੰ ਪਤਾ ਹੋ। ਇੱਕ 159 ਪੇਜ ਤੇ ਆ ਦੇਖੋ, ਆ ਪੜ੍ਹ ਸਕਦੇ ਕੀ ਲਿਖਿਆ। ਇਹਨਾਂ ਨੇ ਆਪ ਲਿਖਿਆ, ਤੋਂ ਇਲਾਵਾ ਜਾਗਤ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 125 ਪਾਵਨ ਸਰੂਪ ਵੀ ਵਧੀਕ ਅੰਗਾਂ ਤੋਂ ਗੁਰਬਚਨ ਸਿੰਘ ਮੀਰ ਸਕੱਤਰ ਪਬਲਿਕੇਸ਼ਨ ਵਿਭਾਗ ਦੇ ਆਦੇਸ਼ ਅਨੁਸਾਰ ਤਿਆਰ ਕੀਤੇ ਗਏ। ਪਰ ਇਹ ਜਿਹੜਾ ਗੁਰਬਚਨ ਸਿੰਘ ਦਾ ਆਪਣਾ ਬਿਆਨ ਹੈ ਇਸ ਰਿਪੋਰਟ 'ਚ, ਉਹਦੇ ਵਿੱਚ ਵੀ ਤੇ ਅੱਗੇ ਜਾ ਕੇ ਇਸ ਰਿਪੋਰਟ 'ਚ ਵਿੱਚ ਇਸੇ ਈਸ਼ਰ ਸਿੰਘ ਨੇ ਲਿਖਿਆ ਕਿ ਬਿਨਾਂ ਇਜਾਜ਼ਤ ਦੇ ਅਨਧਿਕਾਰਤ ਛਾਪੇ ਗਏ। ਅਸੀਂ ਕਿੱਥੇ ਝੂਠ ਬੋਲਿਆ? ਅਸੀਂ ਇਹ ਕਿਹਾ ਸੀਗਾ ਕਿ 125 ਸਰੂਪ ਜਿਹੜੇ ਨੇ, 125 ਨਹੀਂ, ਅਸੀਂ ਕਿਹਾ ਸੀ ਕਿ ਇਹ ਜਿਹੜੇ 267 ਸਰੂਪ ਜਿਹੜੇ ਨੇ ਪੂਰੇ ਕਰਨ ਲਈ ਜਿਲਦ ਸਾਜਾਂ ਕੋਲ ਸਮਾਨ ਜਾ ਚੁੱਕਾ, ਸਮੱਗਰੀ ਜਾ ਚੁੱਕੀ ਆ, ਤੇ ਉਹ ਛਾਪ ਕੇ ਉੱਥੇ ਰੱਖ ਦੇਣਗੇ ਤੇ ਕਹਿਣਗੇ ਸਮਾਨ ਪੂਰਾ ਹੋ ਗਿਆ। ਇਹ 125 ਦਾ ਅੰਕੜਾ ਈਸ਼ਰ ਸਿੰਘ ਨੇ ਦਿੱਤਾ, ਆਪਣੀ ਸਟੇਟਮੈਂਟ ਦੇ ਵਿੱਚ ਦਿੱਤਾ, ਪ੍ਰੈਸ ਕਾਨਫਰੰਸ ਦੇ ਵਿੱਚ ਦਿੱਤਾ। 65 ਦਾ ਅੰਕੜਾ ਵੀ, 125 ਦਾ ਅੰਕੜਾ ਵੀ, ਔਰ 328 ਦਾ ਅੰਕੜਾ ਵੀ। ਇਹ ਝੂਠ ਕੌਣ ਬੋਲਦਾ? ਗੁਰੂ ਦੇ ਦਰ ਤੇ ਆ ਕੇ ਸਾਹਮਣੇ ਆ ਕੇ ਕੈਮਰੇ ਨੂੰ ਫੇਸ ਕਰ, ਮੀਡੀਆ ਨੂੰ ਫੇਸ ਕਰ, ਫਿਰ ਤੈਨੂੰ ਪਤਾ ਲੱਗੂਗਾ ਤੂੰ ਕਿੱਥੇ ਖੜਾ ਹੈ, ਤੂੰ ਹੈਦਰਾਬਾਦ ਦੀ ਕੀ ਚੀਜ਼ ਹੈ। ਦੇਖੋ, ਹਾਈ ਕੋਰਟ ਦਾ ਜੱਜ ਹੁੰਦਾ ਜਾਂ
ਕੋਈ ਗਸਟਡ ਅਫਸਰ ਹੁੰਦਾ ਜਿਨੇ ਕਦੀ ਜਾਂਚ ਕੀਤੀ ਹੋਵੇ, ਕੋਈ ਪੁਲਿਸ ਨਾਲ ਸੰਬੰਧਿਤ ਹੁੰਦਾ, ਫੌਜ ਨਾਲ ਸੰਬੰਧਿਤ ਹੁੰਦਾ, ਤਾਂ ਉੱਥੋਂ ਕੋਈ ਆਸ ਰੱਖੀ ਜਾ ਸਕਦੀ। ਤੁਸੀਂ ਦੇਖੋ ਨਾ, ਦੇਖੋ ਜੀ ਜਾਂਚ ਤਾਂ ਮੈਂ ਤੇ ਅਸੀਂ ਤੇ ਸਾਡਾ ਸਵਾਲ ਹੀ ਇਹ ਆ ਕਿ ਜੇ ਇਹ ਸਾਨੂੰ 200 ਸਰੂਪ ਤੇ 28 ਹੁਕਮਨਾਮੇ ਮਿਲਨੇ ਆ ਤੇ ਇਹ ਮਿਲਨੇ ਆ ਜਦੋਂ ਇਨਵੈਸਟੀਗੇਸ਼ਨ ਹੋਈ। ਇਨਵੈਸਟੀਗੇਸ਼ਨ ਕਰ ਸਕਦੀ ਪੁਲਿਸ ਜਾਂ ਕੋਈ ਏਜੰਸੀ, ਉਹਦੇ ਲਈ ਦਰਖਾਸਤ ਦਿਓ। ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੁੰਦੀ ਆ ਆਪਣਾ ਸਰਹੰਦ ਜਾਂ ਉਹਦੇ ਲਾਗੇ ਪਿੰਡ 'ਚ, ਤੁਸੀਂ ਉੱਥੇ ਜਾ ਕੇ ਤੇ ਪੁਲਿਸ ਇਨਵੈਸਟੀਗੇਸ਼ਨ ਕਰੇ, ਪੁਲਿਸ ਸਾਨੂੰ ਦੋਸ਼ੀ ਫੜ ਕੇ ਦੇਵੇ। ਤੇ ਇੱਥੇ ਕਿਉਂ ਨਹੀਂ? ਇੱਥੇ ਕੀ ਹੈ? ਇੱਥੇ ਕਹਿ ਕੇ ਪਿਛਾਂ ਫਿਰ ਇਹ ਜਿਹੜੇ ਈਸ਼ਰ ਸਿੰਘ ਜੀ ਨੇ, ਇਹਨਾਂ ਨੇ ਕੀਤੇ ਕਿਰਾਏ ਤੇ ਸਾਈਨ ਜ਼ਿਆਦਾ ਕੀਤੇ। ਇੱਕ ਪਹਿਲੀ ਗੱਲ ਤੇ ਤੁਹਾਨੂੰ ਲਿਆਂਦਾ ਗਿਆ ਕਿ 2015 ਤੋਂ ਲੈ ਕੇ 20 ਤੱਕ ਦੀ ਇਨਵੈਸਟੀਗੇਸ਼ਨ ਕਰੋ, ਤੁਸੀਂ 12 ਤੋਂ ਲੈ ਕੇ ਤੇ 15 ਤੱਕ ਬਣੀ ਰਿਪੋਰਟ ਤੇ ਸਾਈਨ ਕਰਕੇ ਅੱਗੇ ਕਰਤੀ, ਜਿਹਦੇ ਵਿੱਚ 5-6 ਅਫਸਰ ਦੋਸ਼ੀ ਨੇ ਤੇ ਰਿਪੋਰਟ ਦੇ ਵਿੱਚ ਕਲੀਅਰ ਲਿਖਿਆ ਹੈ। ਤੇ 2020 ਦੇ ਵਿੱਚ ਸੈਕਟਰੀ, ਚੀਫ ਸੈਕਟਰੀ ਰੂਪ ਸਿੰਘ ਲਿਖ ਰਿਹਾ ਕਿ ਤੋਂ ਪੈਸੇ ਵਸੂਲਣੇ ਬਣਦੇ, ਇਹਨਾਂ ਦੇ ਵਿਰੁੱਧ ਕਾਰਵਾਈ ਹੋਣੀ ਬਣਦੀ ਹੈ। ਪਰ ਕੁਝ ਦਿਨ ਪਹਿਲੇ ਉਹਨਾਂ ਨੂੰ ਸਰੋਪਾ ਦੇ ਕੇ ਸਨਮਾਨ ਨਾਲ ਰਿਟਾਇਰਮੈਂਟ ਤੋਂ ਬਾਅਦ ਘਰ ਭੇਜਿਆ ਗਿਆ। ਕਾਰਵਾਈ ਹੋਈ ਕਿੱਥੇ ਆ? ਤੋਂ ਅਸੀਂ ਤੇ ਇਹ ਮੁਲਾਜ਼ਮਾਂ ਦੇ ਖਿਲਾਫ ਤੁਸੀਂ ਸਾਨੂੰ ਗੁੱਸਾ ਕੱਢ ਕੇ ਕਹੋ ਵੀ ਅਸੀਂ ਸੁਰਖਰੂ ਹੋ ਗਏ, ਇਹ ਗੱਲ ਗਲਤ ਆ। ਜਿਹੜਾ ਚੋਰ ਫੜਿਆ ਜਾਂਦਾ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਦੂਸਰਾ ਇਹ ਆ ਕਿ ਤੁਸੀਂ ਉਹ ਆਰਡਰ ਬੁੱਕ ਕਿਉਂ ਨਹੀਂ ਲਈ, ਜਿਹੜੀ ਆਰਡਰ ਬੁੱਕ ਤੇ ਆਰਡਰ ਲਿਖ ਕੇ, ਸਰੂਪ ਲਿਖ ਕੇ, ਐਡਰੈਸ ਲਿਖ ਕੇ ਤੁਸੀਂ ਸਰੂਪ ਭੇਜੇ, ਤੇ ਜਿਹੜੇ ਭੇਜੇ ਜਿਹੜੀ ਥਾਂ ਤੇ ਸਾਨੂੰ ਆਪਣੇ ਤਸੱਲੀ ਹੋ ਜਾਊਗੀ ਇਹ ਠੀਕ ਥਾਂ ਤੇ ਗਏ ਨੇ। ਵੀ ਜਿਹੜੇ ਸਰੂਪ ਆਰਡਰ ਨਾਲ ਗਏ ਨੇ ਉਹ ਆਰਡਰ ਬੁੱਕ ਕਿੱਥੇ ਆ? ਉਹ ਤੁਹਾਡੀ ਇਨਵੈਸਟੀਗੇਸ਼ਨ ਦਾ ਹਿੱਸਾ ਕਿਉਂ ਨਹੀਂ ਬਣੀ? ਜਿਹੜੀਆਂ ਸਲਿੱਪਾਂ ਆਈਆਂ 328 ਸਰੂਪ ਦੇਣ ਲਈ, ਉਹ ਸਲਿੱਪਾਂ ਤੁਹਾਨੂੰ ਕਮਲਜੀਤ ਸਿੰਘ ਨੇ ਦਿੱਤੀਆਂ ਤੇ ਅੱਜ ਦੇ ਪ੍ਰਧਾਨ ਦੇ ਪੀਏ ਨੇ ਖੋਲੀਆਂ ਉਹਦੇ ਕੋਲੋਂ ਤੇ ਜੇਬ 'ਚ ਪਾ ਲਈਆਂ। ਉਹ ਤੁਹਾਨੂੰ ਕਿਉਂ ਨਹੀਂ ਦਿਸਦੀਆਂ? ਉਹ ਤੁਹਾਡੀ ਇਨਵੈਸਟੀਗੇਸ਼ਨ ਦਾ ਹਿੱਸਾ ਕਿਉਂ ਨਹੀਂ ਬਣੀਆਂ? ਤੇ ਬਹੁਤ ਕੁਛ ਆ, ਅਸੀਂ ਹੋਰ ਦੱਸਾਂਗੇ। ਪਰ ਤੁਸੀਂ ਇਹ ਜਿਹੜੀਆਂ ਵਿੱਚ ਗੜਚੀਆਂ ਕਰ ਰਹੇ ਹੋ ਨਾ, ਝੂਠ ਬੋਲ ਰਹੇ ਆ ਰਣਜੀਤ ਸਿੰਘ ਜੀ ਗੁਰੂ ਘਰ ਆ ਕੇ। ਮੈਂ ਗੁਰੂ ਘਰ ਆ ਕੇ ਨਾ ਝੂਠ ਬੋਲਿਆ ਤੇ ਨਾ ਮੈਨੂੰ ਕੋਈ ਲੋੜ ਆ, ਕਿਉਂਕਿ ਮੈਂ ਪਾਪ ਨਹੀਂ ਕੀਤਾ। ਪਾਪ ਤੁਸੀਂ ਕੀਤੇ ਹੋ, ਤੁਸੀਂ ਲੁਕਦੇ ਹੋ ਤੇ ਲੁਕ ਕੇ ਆਪਣਾ ਟਾਈਮ ਪਾਸ ਕਰਦੇ ਹੋ, ਆਪਣੀਆਂ ਸ਼ਕਲਾਂ ਦਿਖਾਓ ਪ੍ਰੈਸ ਦੇ ਸਾਹਮਣੇ, ਕੈਮਰੇ ਦੇ ਸਾਹਮਣੇ, ਲੋਕਾਂ ਦੇ ਸਾਹਮਣੇ, ਪੰਥਕ ਪਲੇਟਫਾਰਮ ਤੇ, ਤਾਂ ਅਸੀਂ ਜਾਣਾਂਗੇ ਤੁਸੀਂ ਠੀਕ ਹੋ। ਇਹ ਰਿਪੋਰਟ ਜਿਹੜੀ ਆ ਈਸ਼ਰ ਸਿੰਘ ਜੀ ਆਪੇ ਦੱਸ ਚੁੱਕੇ ਨੇ ਕਿ ਇੱਕ ਰਿਪੋਰਟ ਆ ਜਿਹਦੇ ਤੇ ਅਸੀਂ ਤਿੰਨਾਂ ਜਾਣਿਆਂ ਨੇ ਹਰੇਕ ਪੇਜ ਤੇ ਸਾਈਨ ਕੀਤੇ, 2 ਬੀਬੀਆਂ, ਇੱਕ ਈਸ਼ਰ ਸਿੰਘ ਜੀ, ਤੇ 2 ਕਾਪੀਆਂ ਮੈਂ ਸੌਂਪੀਆਂ ਅਕਾਲ ਤਖਤ ਤੇ, ਉਹਨਾਂ ਤੇ ਸਿਰਫ ਮੈਂ ਅਖੀਰ ਤੇ ਸਾਈਨ ਕੀਤੇ ਨੇ, ਨਾਲ ਬੀਬੀਆਂ ਦੇ ਵੀ ਹੋ ਸਕਦੇ ਨੇ। ਤੇ ਉਹ ਜਿਹੜੀਆਂ 2 ਕਾਪੀਆਂ ਨੇ, ਇੱਕ ਤੇ ਹੋ ਗਈ ਅਕਾਲ ਤਖਤ ਸਾਹਿਬ ਦੇ ਕੋਲ, ਉਹ ਕਾਪੀਆਂ ਨੇ, ਜੇ ਉਹ ਕਾਪੀਆਂ ਨੇ ਤੇ ਉਹਨਾਂ ਤੇ ਸਾਈਨ ਕਾਪੀ ਕਰਾਉਂਦਿਆਂ ਹੋਣੇ ਚਾਹੀਦੇ ਸੀ ਇਹਨਾਂ ਦੀ, ਵੀ ਇਹ ਝੂਠ ਬੋਲ ਰਹੇ ਨੇ, ਅਸਲ 'ਚ ਉਹ ਦੁਬਾਰਾ ਬਣਾਈਆਂ ਗਈਆਂ। ਇਹ ਜਿਹੜੀ ਅਸੀਂ ਕਾਪੀ ਲਈ ਆ, ਅਸੀਂ ਕਿਤੇ ਬਣਾਈ ਨਹੀਂ, ਇਹਨਾਂ ਦੀ ਫੇਸਬੁੱਕ ਤੋਂ ਲਈ ਹੈ, ਜਿਹੜੀ ਇਹਨਾਂ ਨੇ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਫੇਸਬੁੱਕ ਤੇ ਪਾਈ ਹੈ, ਲੋਕਾਂ ਦੀ ਜਾਣਕਾਰੀ ਲਈ, ਪ੍ਰਬੰਧਕ ਕਮੇਟੀ ਦੀ ਫੇਸਬੁੱਕ ਤੇ ਪਾਈ ਹੈ। ਤੇ ਫਿਰ ਝੂਠ ਕਿਉਂ ਬੋਲ ਰਹੇ ਫੇਸਬੁੱਕ ਤੇ ਆਪਣਾ ਬਿਆਨ ਦੇ? ਇਹ ਝੂਠ ਕੁਝ ਹਜਮ ਕਰਨਾ ਚਾਹੁੰਦੇ ਨੇ, ਫੇਸ ਨਹੀਂ ਕਰ ਪਾ ਰਹੇ ਲੋਕਾਂ ਨੂੰ। ਇੱਕ ਕਾਰਜ ਬਹੁਤ ਜਿਹੜਾ ਗੰਭੀਰ ਤੇ ਇਹ ਸਾਡੀ ਕੌਮ ਦੇ ਹਿਰਦੇ ਨਾਲ ਜੁੜਿਆ ਹੋਇਆ, ਉਸ ਕਾਰਜ ਲਈ ਇੰਨੀ ਲੁੱਕਾ ਛਿਪੀ ਕਿਉਂ? ਇੱਕ ਪਹਿਲੀ ਗੱਲ ਤੇ ਹੈ ਕਿ ਇਹ ਡਾਕਟਰ ਈਸ਼ਰ ਸਿੰਘ ਜਾਂ ਐਡਵੋਕੇਟ ਈਸ਼ਰ ਸਿੰਘ ਜਾਂ ਹੈਦਰਾਬਾਦੀ ਈਸ਼ਰ ਸਿੰਘ ਜੀ ਇਹਨੇ ਸਮਰੱਥ ਨਹੀਂ ਗਏ ਜਿੰਨਾ ਵੱਡਾ ਉਹਨਾਂ ਨੂੰ ਕਾਰਜ ਦੇ ਦਿੱਤਾ। ਦੂਸਰਾ, ਉਹਨਾਂ ਨੇ ਕਿਤੇ ਵੀ ਇਮਾਨਦਾਰੀ ਨਹੀਂ ਦਿਖਾਈ। ਪਹਿਲੀ ਗੱਲ ਤੇ ਆ ਕਿ ਜਿਹੜੇ 328 ਸਰੂਪ ਗਏ ਨੇ ਉਹਨਾਂ ਦੀ ਦੱਸਣੇ ਐਸ ਫਾਈਲ ਦੇ ਵਿੱਚ, ਆਪਣੀ ਰਿਪੋਰਟ ਦੇ ਵਿੱਚ ਕਿੱਥੇ ਜਾਣਕਾਰੀ ਦਿੱਤੀ ਹੈ ਤੇ ਕੀ ਇਨਵੈਸਟੀਗੇਸ਼ਨ ਕੀਤੀ ਹੈ। ਕਮਲਜੀਤ ਸਿੰਘ ਨੇ ਆਪਣੇ ਬਿਆਨਾਂ 'ਚ ਕਿਹਾ ਕਿ ਸਾਡੇ ਕੋਲ ਕੱਚੀਆਂ ਪਰਚੀਆਂ ਤੇ ਜਿਹੜੀਆਂ ਆਰਡਰ ਆਉਂਦਾ ਸੀ ਉਹਦੇ ਅਨੁਸਾਰ ਅਸੀਂ ਦਿੱਤੀਆਂ ਬੀੜਾਂ। ਇਹ ਜਾਂਚ ਦੁਬਾਰਾ ਹੋਣੀ ਚਾਹੀਦੀ। ਪਹਿਲਾਂ ਇਹ ਗੱਲ ਤਾਂ ਸੁਣ ਲਓ, ਜਿਹੜੀ ਕੀਤੀ ਉਹ ਤੇ ਸੁਣ ਲਈ ਆਪਾਂ। ਉਹ ਜਿਹੜਾ ਕਮਲਜੀਤ ਸਿੰਘ ਆ, ਮੈਨੇਜਰ ਆ, ਉਹ ਕਹਿੰਦਾ ਜਿਹੜੇ ਕੱਚੀਆਂ ਰਸੀਦਾਂ ਆਉਂਦੀਆਂ, ਕੱਚੀਆਂ ਪਰਚੀਆਂ ਆਉਂਦੀਆਂ ਸੀ, ਜਿਹੜੀਆਂ ਸਲਿੱਪਾਂ ਆਉਂਦੀਆਂ, ਉਹਨਾਂ ਤੇ ਅਸੀਂ ਇਹ ਸਰੂਪ ਦਿੱਤੇ ਆ। ਤੇ ਜਦੋਂ ਅਸੀਂ ਦਿੱਤੇ ਆ ਸਰੂਪ ਤੇ ਇਹ ਉਹਨਾਂ ਤੋਂ ਪੁੱਛੋ ਜਿਨ੍ਹਾਂ ਨੇ ਆਰਡਰ ਕੀਤਾ, ਸਲਿੱਪਾਂ ਮੇਰੇ ਤੋਂ ਉਹਨਾਂ ਨੇ ਲੈ ਲਈਆਂ
ਉਹ ਸਲਿੱਪਾਂ ਹੁਣ ਗੋਬਿੰਦ ਸਿੰਘ ਲੌਂਗੋਵਾਲ ਦੀ ਜੇਬ 'ਚ ਪਈਆਂ ਨੇ। ਤੋ ਇਹ ਜਿਹੜੀਆਂ ਜੇਬ 'ਚ ਪਈਆਂ ਨੇ ਇਹ ਈਸ਼ਰ ਸਿੰਘ ਨੇ ਕਢਵਾਈਆਂ ਉਹਦੀਆਂ, ਇਹ ਇਨਵੈਸਟੀਗੇਸ਼ਨ ਹੈ। ਤੋ ਇਹ ਈਸ਼ਰ ਸਿੰਘ ਜਿਹੜਾ ਇਹਨੇ ਬਹੁਤ ਕੁਝ ਲੁਕਾਇਆ, ਜਿਹੜਾ ਹਿੱਸਾ ਬਣਨਾ ਚਾਹੀਦਾ ਸੀ ਇਨਕੁਆਇਰੀ ਦਾ, ਇਹਨੇ ਬਹੁਤ ਕੁਝ ਲੁਕਾਇਆ। ਅਸੀਂ ਹਰ ਇੱਕ ਗੱਲ ਜਿਹੜੀ ਦੱਸਾਂਗੇ ਸੰਗਤ ਨੂੰ। ਤੇ ਜੇ ਚੰਗੀ ਗੱਲ ਆ ਕਿ ਮੈਂ ਹਾਲ ਹੀ ਬੜੀ ਰਿਸਪੈਕਟ ਨਾਲ ਹੱਥ ਜੋੜ ਕੇ ਬੇਨਤੀ ਕਰਦਾ, ਡਾਕਟਰ ਈਸ਼ਰ ਸਿੰਘ ਜੀ, ਤੁਹਾਡਾ ਦੋਸਤ ਹੋਵੇ, ਤੁਹਾਡਾ ਕਲਾਸਮੇਟ ਹੋਵੇ, ਹਰਪ੍ਰੀਤ ਸਿੰਘ ਨੂੰ ਨਾਲ ਲਓ, ਉਹਦੀ ਹੈਲਪ ਕਰੋ। ਤੁਸੀਂ ਅਕਾਲ ਤਖਤ ਤੇ ਸੱਦੋ, ਮੈਂ ਉੱਥੇ ਆਊਂਗਾ। ਤੁਸੀਂ ਘੰਟਾ ਘਰ ਸੱਦੋ, ਉੱਥੇ ਹੋਗੇ। ਤੁਸੀਂ ਸਮੁੰਦਰੀ ਹਾਥ ਸੱਦੋਗੇ, ਮੈਂ ਉੱਥੇ ਆਊਂਗਾ। ਤੇ ਪ੍ਰੈਸ ਦੇ ਸਾਹਮਣੇ ਸਾਨੂੰ ਜਵਾਬ ਦਿਓ, ਪ੍ਰੈਸ ਦੇ ਸਾਹਮਣੇ ਆਪਣੀਆਂ ਗੱਲਾਂ ਦੱਸ ਕੇ ਸਾਨੂੰ ਝੂਠਾ ਸਾਬਤ ਕਰੋ। ਇਹ ਬੁੱਕ 'ਚ ਲੱਡੂ ਨਾ ਭਰੋ। ਪੁੱਛਣ ਮੈਂ ਡਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੱਥੇ ਗਏ, ਪੁਰਾਤਨ ਸਰੂਪ, ਤਾਂ ਜਵਾਬ ਤੁਸੀਂ ਕਹਿ ਰਹੇ ਰਣਜੀਤ ਸਿੰਘ ਝੂਠ ਬੋਲ ਰਿਹਾ। ਤੋ ਇਹ ਗੱਲਾਂ ਜਿਹੜੀਆਂ ਨੇ ਬਿਲਕੁਲ ਗਲਤ ਨੇ। ਇਹ ਮੈਂ ਬਿਆਨ ਜਿਹੜਾ ਲਿਖ ਕੇ ਦੇ ਰਿਹਾ ਤੁਹਾਨੂੰ, ਤੇ ਵਿਦ ਪ੍ਰੂਫ ਲਿਖ ਕੇ ਦੇ ਰਿਹਾ, ਸਾਰਾ ਕੁਝ ਸਾਈਨ ਕਰਕੇ ਦੇ ਰਿਹਾ। ਕਿਤੇ ਵੀ ਮੈਂ ਝੂਠਾ ਹੋ ਇਹਦੇ ਇਲਾਵਾ ਕੋਈ ਹੋਰ ਜਿਹੜਾ ਇਹਨਾਂ ਨੇ ਪਾਇਆ ਉੱਤੇ ਹੋਰ ਹੈਗਾ। ਰਿਪੋਰਟ ਤੋਂ ਹੀ ਮਨੁੱਕਰ ਅਤੇ ਸੰਗਤ ਨੂੰ ਗਲਤ ਜਾਣਕਾਰੀ ਦੇ ਰਹੇ ਹਨ। ਇਹ ਮੇਰਾ ਹੁਣ ਆਰੋਪ ਆ ਦੱਖਣ ਦੇ ਭਾਈ ਈਸ਼ਰ ਸਿੰਘ ਜੀ ਤੇ। ਤੋ ਮੈਨੂੰ ਸਭ ਤੋਂ ਖੁਸ਼ੀ ਤੇ ਇਸ ਗੱਲ ਦੀ ਆ ਕਿ ਅੱਜ ਉਹਨਾਂ ਨੇ ਆਪਣਾ ਨਾਂ ਆਪਣੀ ਬਾਈਕ ਦੇ ਵਿੱਚ ਅਸਲੀ ਦੱਸਿਆ ਕਿ ਭਾਈ ਈਸ਼ਰ ਸਿੰਘ ਹੈਦਰਾਬਾਦੀ, ਜਦ ਕਿ ਸਾਡੇ ਸਾਹਮਣੇ ਇਹਨਾਂ ਦਾ ਨਾਂ ਆਇਆ ਸੀ ਤੇ ਉਦੋਂ ਇਹ ਆਇਆ ਸੀ ਤੇਲੰਗਾਨਾ ਦੇ ਹਾਈ ਕੋਰਟ ਦੇ ਐਡਵੋਕੇਟ ਈਸ਼ਰ ਸਿੰਘ। ਤੋ ਮੈਂ ਸਾਰੀ ਰਾਤ ਲੱਗਾ ਰਿਹਾ ਗੂਗਲ ਤੇ ਕਿ ਇਹ ਜਿਹੜਾ ਤੇਲੰਗਾਨਾ ਹਾਈ ਕੋਰਟ ਦੇ ਰਜਿਸਟ੍ਰੇਸ਼ਨ ਜਿਹੜੀ ਆ ਈਸ਼ਰ ਸਿੰਘ ਦੇ ਨਾਂ ਦੀ ਲੱਭਣ ਲਈ, ਜੋ ਉਹਨਾਂ ਨੂੰ ਕਿਉਂਕਿ ਮੈਂ ਜਾਣਨਾ ਚਾਹੁੰਦਾ ਸੀ ਵੀ ਕਿੰਨੇ ਕੁ ਕਾਬਲ ਸਿੱਖ ਨੂੰ ਐਡੀ ਦੂਰੋਂ ਜਾ ਕੇ ਲੱਭਾ। ਤੋ ਉੱਥੇ ਇਹਨਾਂ ਦੇ ਨਾਂ ਦੀ ਕੋਈ ਜਾਣਕਾਰੀ ਹੈ ਨਹੀਂ। ਨੰਬਰ 2 ਤੇ ਫਿਰ ਇਹਨਾਂ ਦਾ ਨਾਂ ਆਇਆ ਡਾਕਟਰ ਈਸ਼ਰ ਸਿੰਘ ਜੀ। ਤੋ ਫਿਰ ਮੈਨੂੰ ਇਹ ਵੀ ਨਹੀਂ ਜਾਣਕਾਰੀ ਮਿਲੀ ਵੀ ਇਹ ਡਾਕਟਰ ਕਿੱਥੋਂ ਬਣ ਗਏ। ਵੀ ਇਹਨਾਂ ਨੂੰ ਮੈਂ ਜਦੋਂ ਵੀ ਵੇਖਿਆ ਉਦੋਂ ਦੱਖਣ ਦੇ ਈਸ਼ਰ ਸਿੰਘ ਦੇ ਨਾਂ ਦੇ ਨਾਲ ਜਾਣੇ ਜਾਂਦੇ ਆ। ਤੇ ਇਹਨਾਂ ਦੀ ਕੋਈ ਕੁਆਲਿਟੀ, ਇਹਨਾਂ ਦੇ ਵਿੱਚ ਕੋਈ ਉਹ ਇਹਨਾਂ ਦਾ ਕਿਰਦਾਰ ਜਾਂ ਇਹਨਾਂ ਦੀ ਕੋਈ ਪੰਥ ਨੂੰ ਦੇਣ ਇਹੋ ਜਿਹੀ ਨਹੀਂ ਵੀ ਇਹੋ ਜਿਹੇ ਗੰਭੀਰ ਮਸਲਿਆਂ ਤੇ ਇਹਨਾਂ ਨੂੰ ਇੱਕ ਜ਼ਿੰਮੇਵਾਰੀ ਸੌਂਪੀ ਜਾਵੇ। ਤੋ ਮੈਨੂੰ ਇਹ ਇਤਰਾਜ਼ ਸੀ ਤੇ ਮੈਂ ਇਹ ਕਿਹਾ ਕਿ ਵੀ ਡਾਕਟਰ ਈਸ਼ਰ ਸਿੰਘ ਵੀ ਕਿਹਾ ਜਾਂਦਾ ਤੇ ਐਡਵੋਕੇਟ ਵੀ ਕਿਹਾ ਜਾਂਦਾ, ਪਰ ਅਸਲ ਵਿੱਚ ਇਹ ਐਡਵੋਕੇਟ ਨਹੀਂ। ਤੋ ਡਾਕਟਰ ਹੋ ਸਕਦੇ ਨੇ ਕਿਉਂਕਿ ਸਾਡੇ ਜਥੇਦਾਰ ਸਾਹਿਬ ਨੇ PhD ਕੀਤੀ ਹੈ, ਹਰਪ੍ਰੀਤ ਸਿੰਘ ਨੇ। ਤੋ ਇਹਨਾਂ ਨੇ ਵੀ ਹੋ ਸਕਦਾ ਡਾਕਟਰੇਟ PhD ਨਾਲ ਕਰਨ ਕਰਕੇ ਇਹਨਾਂ ਨੂੰ ਡਾਕਟਰ ਕਿਹਾ ਜਾਂਦਾ ਹੋ। ਇਹਦੇ ਨਾਲ ਜੇ ਉਹ ਕਲਾਸ ਫੈਲੋ ਬਣ ਜਾਂਦੇ ਨੇ, PhD ਦਾ ਕੋਈ ਉਮਰ ਦਾ ਲਿਹਾਜ਼ ਹੁੰਦਾ ਹੀ ਨਹੀਂ। ਇਹ ਪਤਾ ਨਹੀਂ ਇਹ ਕਿਉਂ ਇਹਨਾਂ ਨੂੰ ਇੰਨੀ ਲੋੜ ਪੈ ਗਈ ਸਫਾਈ ਦੇਣ ਦੀ। ਤੋ ਜਿਹੜਾ ਕੁਝ ਵੀ ਇਹਨਾਂ ਨੇ ਕਿਹਾ ਆ ਕਿ ਉਹ ਝੂਠ ਬੋਲਦੇ ਨੇ, ਤੇ ਝੂਠ ਕੀ ਹੈ ਇਹਦੇ ਵਿੱਚ। ਜੇ ਮੈਂ ਇਹਨਾਂ ਨੂੰ ਕਿਹਾ ਸੀ ਨਾ ਤੇ ਡਾਕਟਰ ਆ ਨਾ ਇਹ ਐਡਵੋਕੇਟ ਨੇ, ਇਹ ਹਰਪ੍ਰੀਤ ਸਿੰਘ ਦੇ ਯਾਰ ਨੇ, ਦੋਸਤ ਨੇ ਤੇ ਉਹਨਾਂ ਨੇ ਇਹਨਾਂ ਨੂੰ ਇਸਤੇਮਾਲ ਕੀਤਾ ਬਾਦਲਾਂ ਨੂੰ ਬਚਾਉਣ ਲਈ। ਤੋ ਉਹ ਅੱਜ ਵੀ ਠੀਕ ਆ। ਜੇ ਇਹ ਕਹਿ ਸਕਦੇ ਨੇ ਕਿ ਜਿਹੜਾ ਹਰਪ੍ਰੀਤ ਸਿੰਘ ਮੇਰਾ ਦੋਸਤ ਨਹੀਂ ਤੇ ਇਹਨੂੰ ਲੱਭਾ ਕਿੰਨੇ, ਉੜੀਸਾ ਦੇ ਸਮੁੰਦਰ ਚੋਂ ਘੋਟਾ ਮਾਰ ਕੇ ਇਹਨੂੰ ਕਿੰਨੇ ਕੱਢਿਆ ਈਸ਼ਰ ਸਿੰਘ ਨੂੰ, ਉਹ ਹਰਪ੍ਰੀਤ ਸਿੰਘ ਨੇ। ਦੂਸਰੀ ਗੱਲ, ਜੇ ਜ਼ਿਆਦਾ ਤਸੱਲੀ ਕਰਾਉਣੀ ਚਾਹੁੰਦੇ ਹੋ ਤੇ ਕਿਰਪਾ ਕਰੋ ਆਪਣੇ ਮੋਬਾਈਲ ਦੀ 2-2 3-3 ਮਹੀਨਿਆਂ ਦੀ ਸਾਨੂੰ ਡਿਟੇਲ ਦੇ ਦਿਓ, ਸੰਗਤ ਦੇ ਸਾਹਮਣੇ ਆਪੇ ਹੀ ਆ ਜਾਓਗੇ। ਉਸ ਤੋਂ ਬਾਅਦ ਭਾਈ ਈਸ਼ਰ ਸਿੰਘ ਵੱਲੋਂ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾ ਕੇ ਇਹ ਸਾਬਤ ਕਰ ਦਿੱਤਾ ਕਿ ਅਸਲ ਰਿਪੋਰਟ ਤੋਂ ਹਰ ਵਰਕੇ ਸਫੇ ਤੇ 3 ਮੈਂਬਰਾਂ ਦੇ ਦਸਤਖਤ ਹਨ, ਪਰ ਉਹਨਾਂ ਵੱਲੋਂ ਇਹ ਰਿਪੋਰਟ ਅਣਅਧਿਕਾਰਤ ਤੇ ਗੈਰ ਕਾਨੂੰਨੀ ਤੌਰ ਤੇ ਆਪਣੇ ਕੋਲ ਰੱਖੀ ਹੋਈ ਹੈ ਅਤੇ ਜੋ ਰਿਪੋਰਟ ਦੀਆਂ 2 ਕਾਪੀਆਂ ਕਾਰਵਾਈ ਲਈ ਦਿੱਤੀਆਂ ਗਈਆਂ ਹਨ ਉਹ ਉਸ ਦੇ ਸਿਰਫ ਅਖੀਰਲੇ ਵਰਕੇ ਤੇ ਮੈਂਬਰਾਂ ਦੇ ਦਸਤਖਤ ਹਨ। ਇਸ ਤੋਂ ਈਸ਼ਰ ਸਿੰਘ ਦੀ ਮਨਸ਼ਾ ਦਾ ਪਤਾ ਲੱਗਦਾ ਹੈ। ਹੁਣ ਅਸੀਂ ਇਸ ਉੱਚੇ ਕਿਰਦਾਰ ਦੇ ਡਾਕਟਰ ਈਸ਼ਰ ਸਿੰਘ ਨੂੰ ਜਾਂ ਸੰਤ ਈਸ਼ਰ ਸਿੰਘ ਨੂੰ ਪੁੱਛ ਲਈਏ ਕਿ ਤੁਹਾਨੂੰ ਇੱਕ ਜ਼ਿੰਮੇਵਾਰੀ ਸੌਂਪੀ ਅਕਾਲ ਤਖਤ ਨੇ ਕਿ ਇਹ
ਕਰੋ, ਇਨਵੈਸਟੀਗੇਸ਼ਨ ਕਰੋ। ਤੇ ਜਿਹੜੀ ਅਸਲ ਰਿਪੋਰਟ ਆ ਉਹ ਤੁਸੀਂ ਅਜੇ ਤੱਕ ਆਪਣੇ ਕੋਲ ਲੁਕਾਈ ਬੈਠੇ ਹੋ, ਜਿਹਦੇ ਤੇ ਤੁਹਾਡੇ ਹਰੇਕ ਪੇਜ ਤੇ ਸਾਈਨ ਆ, ਜਿਹਦੇ ਕਿੰਤੂ ਪਰੰਤੂ ਨਹੀਂ, ਤੇ ਇਹ ਜਿਹਦੇ ਤੇ ਸਾਈਨ ਹੀ ਕੋਈ ਨਹੀਂ, ਉਹ ਤੁਸੀਂ ਅਕਾਲ ਤਖਤ ਨੂੰ ਸੌਂਪ ਰਹੇ। ਤੇ ਇਹਦੀ ਵਜ੍ਹਾ ਕੀ ਹੈ? ਇਹਦੀ ਕਿਰਪਾ ਕਰਕੇ ਦੱਸੋ। ਜਿਹੜੀ ਪੇਜ ਤੇ ਪਈ ਆ ਜਾਂ ਫੇਸਬੁੱਕ ਤੇ ਪਈ ਆ ਪ੍ਰਬੰਧਕ ਕਮੇਟੀ ਦੇ, ਉਹਦੇ ਤੇ ਕੋਈ ਸਾਈਨ ਨਹੀਂ। ਜਿਹੜੀ ਤੁਸੀਂ ਹਰਪ੍ਰੀਤ ਸਿੰਘ ਨੂੰ ਦਿੱਤੀ ਉਹਤੇ ਕੋਈ ਸਾਈਨ ਨਹੀਂ। ਇਹ ਜਿਹੜੀ ਜਨਤਕ ਹੋਣੀ ਆ, ਜਿਨ੍ਹਾਂ ਤੇ ਤੁਹਾਡਾ ਯਕੀਨ ਵੱਜਣਾ ਤੁਹਾਡੇ ਸਾਈਨ ਦੇਖ ਕੇ, ਜਿਹੜੀ ਰਿਪੋਰਟ ਲੋਕਾਂ ਨੇ ਦੇਖਣੀ ਉਹ ਤੇ ਤੁਹਾਡੇ ਸਾਈਨ ਹੈ ਹੀ ਨਹੀਂ। ਤੋ ਜਿਹੜੀ ਅਸਲ ਰਿਪੋਰਟ ਆ, ਜਿਹਤੇ ਤੁਹਾਡੇ ਤਿੰਨਾਂ ਦੇ ਹਰੇਕ ਪੇਜ ਤੇ ਸਾਈਨ ਨੇ, ਉਹ ਲੁਕਾਉਣ ਦਾ, ਆਪਣੇ ਕੋਲ ਰੱਖਣ ਦਾ ਕੋਈ ਆਈਡੀਆ, ਕੋਈ ਮਤਲਬ ਸਾਨੂੰ ਦੱਸਿਆ ਜਾਵੇ। ਇਹ ਤੋਂ ਆਪਣੇ ਈਸ਼ਰ ਸਿੰਘ ਜੀ ਦਾ ਜਿਹੜਾ ਸਾਫ਼ ਹੁੰਦਾ ਹੈ। ਮੈਂ ਹਾਂਜੀ ਇਹਨੂੰ ਕੀ ਹੈ? ਦੋ ਕਾਪੀਆਂ ਕਹਿੰਦਾ ਜੀ, ਨਕਲ ਕਿਹਨੂੰ ਕਰ ਅਸਲ ਨੂੰ ਕਵਾਂਗੇ। ਮੈਂ ਅਸਲ 'ਚ ਨਾ, ਤੁਸੀਂ ਪੜ੍ਹੇ ਲਿਖੇ ਹੋ, ਕਦੇ ਵੀ ਇੱਕ ਜਦੋਂ ਕਾਪੀ ਤਿਆਰ ਹੁੰਦੀ, ਜੱਜਮੈਂਟ ਤਿਆਰ ਹੁੰਦੀ ਆ, ਤੇ ਜੱਜ ਹਰੇਕ ਪੇਜ ਤੇ ਸਾਈਨ ਕਰਦਾ, ਤੇ ਉਹ ਜੱਜਮੈਂਟ ਜਿਹੜੀ ਆ ਫਿਰ ਟੇਬਲ ਤੇ ਆਉਂਦੀ। ਉਹਦੀਆਂ ਭਾਵੇਂ 100 ਕਾਪੀਆਂ ਕਰਾਓ, ਪਰ ਸਾਈਨ ਤੇ ਹਰੇਕ ਪੇਜ ਤੇ ਆਉਣੇ ਚਾਹੀਦੇ। ਕਾਪੀ ਦੇ ਨਾਲ ਸਾਈਨ ਦੀ ਕਾਪੀ ਕਿਉਂ ਨਹੀਂ ਬਣੀ? ਉਹਦੀ ਸਾਈਨਾਂ ਦੀ ਕਾਪੀ ਕਿਉਂ ਨਹੀਂ ਨਾਲ ਆਈ? ਇੱਕ ਹੋਰ ਵੀ ਪ੍ਰੋਸੀਜਰ ਨਹੀਂ ਹੁੰਦਾ, ਹਰ ਪੇਜ ਤੇ ਸਾਈਨ ਆਉਂਦਾ। ਹਰ ਪੇਜ ਤੇ ਸਾਈਨ ਆਉਂਦਾ। ਇਹਨਾਂ ਦੀ ਮਨਸ਼ਾ ਆ ਕਿ ਇਹ ਪੂਰਾ ਮੁੱਲ ਮਿਲ ਜਾਵੇ ਤੇ ਗੁਰੂ ਘਰ ਜਾਏ ਢੱਠੇ ਖੂਹ 'ਚ, ਸਾਡੀਆਂ ਨੌਕਰੀਆਂ ਬੁਲੰਦ ਰਹਿਣ, ਅਸੀਂ ਆਪਣੇ ਆਕਾ ਦਾ ਆਸ਼ੀਰਵਾਦ ਲੈ ਕੇ ਤੇ ਜਲੇਬੀਆਂ ਖਾਈਏ। ਕੌਮ ਜਿਹੜੀ ਆ ਅੱਜ ਰੋ ਰਹੀ ਆ ਕਿ ਸਾਨੂੰ ਦੱਸੋ ਸਾਡਾ ਸਰਮਾਇਆ ਕਿੱਥੇ ਹੈ, ਸਾਡੀ ਜਗੀਰ ਕਿੱਥੇ ਹੈ, ਸਾਡੀ ਪ੍ਰਾਪਰਟੀ ਕਿੱਥੇ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੇ ਸਾਨੂੰ ਹਿਸਟੋਰੀਕਲ ਥਾਵਾਂ ਦਿੱਤੀਆਂ ਸੀ, ਚਮਕੌਰ ਦੀ ਗੜੀ, ਠੰਡਾ ਬੁਰਜ, ਕਿਲਾ ਆਨੰਦਪੁਰ ਦਾ ਜਾਂ ਹੋਰ ਮੁਕਾਮ, ਉੱਥੇ ਉਹ ਇੱਟ ਨਹੀਂ ਰਹੀ, ਛੋਟੀ ਇੱਟ ਨਹੀਂ ਰਹੀ, ਉੱਥੇ ਪੱਥਰ ਲੱਗ ਗਏ। ਤੋ ਅੱਜ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ 300 ਸਾਲ 3.5 ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਕਾਲ ਦੇ ਸਮੇਂ ਦੇ 63 ਤੋਂ 64 ਜਿਹੜੇ ਸਰੂਪ ਛਾਪੇ ਹੋਏ, ਲਿਖੇ ਹੋਏ ਸੀ ਹੱਥ ਲਿਖਤ, ਉਹ ਸਰੂਪ ਜਿਹੜੇ ਨਹੀਂ ਮਿਲ ਰਹੇ। ਉਹ ਸਰੂਪ ਜਿਹੜੇ ਆ ਉਹਨਾਂ ਨਾਲ 200 ਸਰੂਪ ਹੋਰ ਨੇ। ਤੇ ਉਹ ਮੇਰੇ ਕੋਲ ਪੂਰੀ ਫਾਈਲ ਪਈ ਆ। ਜਿਹੜੀ 2004 'ਚ ਪ੍ਰਬੰਧਕ ਕਮੇਟੀ ਹਾਈ ਕੋਰਟ 'ਚੋਂ ਕੇਸ ਹਾਰੀ ਇਸ ਕਰਕੇ ਆ ਕਿ ਹਾਈ ਕੋਰਟ ਨੇ ਲਿਖਿਆ ਕਿ ਗੰਭੀਰ ਨਹੀਂ ਪ੍ਰਬੰਧਕ ਕਮੇਟੀ, ਆਪਣਾ ਸਮਾਨ ਹਾਸਲ ਕਰਨ ਲਈ ਗੰਭੀਰ ਨਹੀਂ, ਜਵਾਬ ਨਹੀਂ ਦੇ ਰਹੀ, ਤੇ ਕੇਸ ਖਾਰਜ ਕੀਤਾ ਜਾਂਦਾ। ਕਿਉਂਕਿ ਇਹ ਕੇਸ ਦੇ ਮੁਦਈ ਆਪ ਬਣ ਗਏ ਸੀ, ਕੀਤਾ ਸੀ ਕੇਸ ਸਤਨਾਮ ਸਿੰਘ ਦੇ ਨਾਮ ਦੇ ਸਿੰਘ ਨੇ। ਉਸ ਤੋਂ ਬਾਅਦ 2008 ਦੇ ਵਿੱਚ ਜਿਹੜਾ ਕੇਸ ਪਾਇਆ ਗਿਆ, ਉਹ ਕੇਸ ਸਤਿੰਦਰ ਸਿੰਘ ਨਾਂ ਦੇ ਸਿੱਖ ਵੱਲੋਂ ਪਾਇਆ ਗਿਆ। ਉਹਦੇ ਵਿੱਚ ਹਾਈ ਕੋਰਟ ਨੇ ਸਿੱਧਾ ਪ੍ਰਬੰਧਕ ਕਮੇਟੀ ਨੂੰ ਨੋਟਿਸ ਦਿੱਤਾ ਕਿ ਸਾਨੂੰ ਦੱਸਿਆ ਜਾਵੇ ਕਿ ਇਹ 200 ਸਰੂਪ ਹੱਥ ਲਿਖਤ ਅਸਲ FIR ਨਾਲ ਜਿਹੜੀ CBI ਜਾਂ ਉਹਨਾਂ ਦੇ ਐਫੀਡੇਵਿਟ ਦੇ ਮੁਤਾਬਕ 200 ਸਰੂਪ ਅਸਲ, 2 ਦਸਮ ਗ੍ਰੰਥ ਦੀਆਂ ਪੀੜਾਂ ਹੱਥ ਲਿਖਤ ਪੁਰਾਣੀਆਂ ਅਤੇ 28 ਹੁਕਮਨਾਮੇ ਗੁਰੂ ਸਾਹਿਬਾਨ ਤੇ ਉਹਨਾਂ ਦੇ ਧਰਮ ਪਤਨੀਆਂ ਦੇ, ਬੰਦਾ ਸਿੰਘ ਬਹਾਦਰ ਦੇ ਅਸਲ। ਫਿਰ 2 ਜਨਮ ਸਾਖੀਆਂ ਉਹ ਇਹਨਾਂ ਨੂੰ ਹੈਂਡਓਵਰ ਕੀਤੀਆਂ ਨੇ, ਉਹਨਾਂ ਦੇ ਨਾਂ ਲਿਖੇ ਨੇ, ਇਸ ਫਾਈਲ 'ਚ ਵੀ ਲਿਖੇ ਨੇ, ਬਿਆਨਾਂ 'ਚ ਵੀ ਲਿਖੇ ਨੇ। ਤੇ ਉਹ ਜਿਨ੍ਹਾਂ ਨੇ ਉਹ ਹੈਂਡਓਵਰ ਜਿਨ੍ਹਾਂ ਦੇ ਹੋਈਆਂ, ਉਹ ਅੱਜ ਜਿਉਂਦੇ ਨੇ, ਉਹਨਾਂ 'ਚੋਂ 1-2 ਮਰ ਗਏ ਨੇ, ਉਹ ਸਾਰੇ ਜਿਉਂਦੇ ਨੇ। ਆਰਮੀ ਨੇ ਔਰ ਹੋਮ ਮਿਨਿਸਟਰੀ ਨੇ ਤੇ CBI ਨੇ ਇਕੱਠਾ ਇੱਕ ਐਫੀਡੇਵਿਟ ਦੇ ਕੇ ਹਾਈ ਕੋਰਟ ਦੇ ਵਿੱਚ ਇਹ ਜਾਣਕਾਰੀ ਦਿੱਤੀ ਕਿ ਅਸੀਂ 84 ਤੋਂ ਬਾਅਦ 90 ਦੇ ਦਰਮਿਆਨ 3 ਕਿਸ਼ਤਾਂ ਦੇ ਵਿੱਚ ਇਹ ਕਮੇਟੀ ਨੂੰ ਦੇ ਚੁੱਕੇ ਹਾਂ। ਤੇ ਇਹ ਕਮੇਟੀ ਹੁਣ ਸਾਨੂੰ ਦੱਸੇ ਇਹਨਾਂ ਕੋਲ ਕਿਹੜੀ ਚੀਜ਼ ਨਹੀਂ। ਅਸੀਂ ਲਿਸਟ ਬਣਾਈ ਆ, ਉਸ ਸਮੇਂ ਦੀ ਇਹ ਲਿਸਟ ਅਸੀਂ ਦੇ ਰਹੇ ਹਾਂ। ਜਿਹੜੀ ਚੀਜ਼ ਇਹਨਾਂ ਕੋਲ ਨਹੀਂ ਪੂਰੀ ਹੋ ਰਹੀ ਉਹ ਸਾਨੂੰ ਦੱਸੀ ਜਾਵੇ। ਤੋਂ ਉਹ ਕਮੇਟੀ ਨੇ ਅਜੇ ਤੱਕ ਉੱਤੇ ਕੋਈ ਕਾਰਵਾਈ ਨਹੀਂ ਕੀਤੀ। ਤੋਂ ਇਹ ਕੇਸ ਸੀਗਾ ਜਿਹਦੇ ਲਈ ਅਸੀਂ ਇੱਥੇ ਆਏ। ਇਹ ਆਏ ਵੀ ਉਦੋਂ ਜਦੋਂ ਤੁਸੀਂ ਜਿਹੜੇ ਪੁੱਛਣ ਵਾਲੇ ਸਿੱਖ ਨੇ ਜਾਂ ਪ੍ਰੋਟੈਸਟ ਕਰ ਰਹੇ ਨੇ, ਤੁਸੀਂ ਅਦਾਲਤ ਨਹੀਂ ਦੱਸ ਰਹੇ, ਤੁਸੀਂ ਮੀਡੀਆ ਨੂੰ ਨਹੀਂ ਦੱਸ ਰਹੇ, ਤੁਸੀਂ ਜਾਣਕਾਰੀ ਦੇ ਰਹੇ, ਤੁਹਾਨੂੰ ਸੰਗਤ ਪੁੱਛ ਰਹੀ, ਤੁਸੀਂ ਜਵਾਬ ਨਹੀਂ ਦੇ ਰਹੇ, ਤੇ ਉਹਨਾਂ ਦੀਆਂ ਲੱਤਾਂ ਬਾਹਾਂ ਤੋੜਦੀਆਂ। ਫਿਰ ਇਹ ਹੁਕਮ ਚਾੜ ਦਿੱਤਾ ਕਿ ਇੱਥੇ ਕੋਈ ਪ੍ਰੋਟੈਸਟ ਨਹੀਂ ਕਰੂਗਾ। ਉਸ ਹੁਕਮ ਦਾ ਉਹਦਾ ਵਿਰੋਧ ਕਰਕੇ, ਉਹਨੂੰ ਚੈਲੰਜ ਕਰਕੇ ਮੈਂ 7 ਤਰੀਕ ਨੂੰ ਘੰਟਾ ਘਰ ਸਾਹਮਣੇ ਆਇਆ ਸੀ।
ਕਿ ਇਹ ਅਧਿਕਾਰ ਸਾਥੋਂ ਤੁਸੀਂ ਨਹੀਂ ਖੋ ਸਕਦੇ। ਅਸੀਂ ਆਵਾਂਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਬਣ ਕੇ, ਤੁਸੀਂ ਮਹੰਤ ਬਣ ਕੇ ਦਰਵਾਜ਼ੇ ਬੰਦ ਕਰ ਲਿਓ ਜਾਂ ਸਾਨੂੰ ਡਾਂਗਾ ਮਾਰਿਓ, ਇਹ ਤੁਹਾਡੀ ਆਪਣੀ ਇੱਛਾ ਹੋਊਗੀ, ਪਰ ਅਸੀਂ ਤੁਹਾਡੇ ਤੋਂ ਹਿਸਾਬ ਲੈਣ ਆਉਣਾ। ਤੇ ਮੇਰਾ 7 ਤਰੀਕ ਨੂੰ ਆਉਣ ਦਾ ਮਕਸਦ ਇਹੀ ਸੀ। ਮੈਂ ਘੰਟਾ ਘਰ ਦੇ ਬਾਹਰ 4 ਘੰਟੇ ਬੈਠ ਕੇ ਗਿਆ ਤੇ ਕੁਛ ਨਾਮ ਨਿਹਾਦ ਬੰਦਿਆਂ ਨੇ ਇਹ ਵੀ ਕਿਹਾ ਕਿ ਇਹ ਪਿਰਤ ਪਈ ਹੈ ਨਵੀਂ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਪਿਰਤ ਪਾਈ ਸੀ, ਉਹ ਥੜੇ ਤੇ ਆ ਕੇ ਬੈਠੇ ਰਹੇ, ਉਹਨਾਂ ਨੂੰ ਅੰਦਰ ਨਹੀਂ ਐਂਟਰ ਹੋਣ ਦਿੱਤਾ। ਇਹ ਬਾਬਾ ਫਤਿਹ ਸਿੰਘ ਜਿਹੜਾ ਜਿਹਨੇ ਮਰਨਕੁੰਡ ਬਣਾਇਆ ਅਕਾਲ ਤਖਤ ਤੇ, ਉਦੋਂ ਦੇ ਲੀਡਰਾਂ ਨੇ ਪਿਰਤ ਪਾਈ ਸੀ ਜਿਹੜੀ, ਉਹ ਮੈਂ ਤੇ ਘੰਟਾ ਘਰ ਦੇ ਬੈਠ, ਉਹ ਤੇ ਅਕਾਲ ਤਖਤ ਦੇ ਉੱਤੇ ਸੀ ਜਿੱਥੇ ਮਰਨਕੁੰਡ ਬਣਿਆ। ਫਿਰ ਜਿਹੜੇ ਬਾਦਲ ਸਾਹਿਬ ਨੇ ਮਰਜੀਵੜੇ ਬਣਵਾ ਕੇ ਮਰਵਾਏ 82 ਦੇ ਉਹਦੇ ਮੋਰਚੇ ਵਿੱਚ, ਧਰਮ ਯੁੱਧ ਮੋਰਚੇ 'ਚ, ਉਹ ਅਕਾਲ ਤਖਤ ਦੇ ਉੱਤੋਂ ਸਿਆਸੀ ਖੇਡ ਸੀ ਜਿਹੜੀ ਅਕਾਲ ਤਖਤ ਦੇ ਮੁਕਾਮ ਤੋਂ, ਉਹਦੀ ਸਟੇਜ ਤੋਂ ਹੋਈ। ਅਸੀਂ ਤਾਂ ਘੰਟਾ ਘਰ ਦੇ ਬਾਹਰ ਬੈਠੇ। ਉਹ ਘੰਟਾ ਘਰ ਦੇ ਬਾਹਰ ਵੀ ਅਸੀਂ ਇੰਨਾ ਧਿਆਨ ਰੱਖਿਆ ਕਿ ਇੱਕ ਤੇ ਅਸੀਂ ਸਾਰੀ ਸੰਗਤ ਨਾਲ ਮੱਥਾ ਨਾ ਟੇਕੀਏ, ਕਿਉਂਕਿ ਕੋਈ ਵੀ ਸਿੱਖ ਇਹ 'ਚ ਜਕਾਰਾ ਛੱਡ ਸਕਦਾ, ਤੋ ਸਾਡੀਆਂ ਪਰੰਪਰਾਵਾਂ ਦੇ ਉਲਟ ਹੋਊਗਾ ਹਰਿਮੰਦਰ ਸਾਹਿਬ ਦੇ ਵਿੱਚ ਜਕਾਰਾ। ਅਸੀਂ ਇਸ ਕਰਕੇ ਸੰਗਤ ਦੇ ਨਾਲ ਜਕਾਰਾ ਨਹੀਂ ਛੱਡਿਆ ਕਿ ਕੋਈ ਗਲਤੀ ਨਾ ਹੋਵੇ। ਅਸੀਂ ਪ੍ਰਦੱਖਣਾ 'ਚ ਮੱਥਾ ਟੇਕ ਕੇ ਸ਼ੁਕਰੀਆ ਅਦਾ ਕੀਤਾ। ਦੂਸਰਾ, ਅਸੀਂ ਇਹ ਧਿਆਨ ਰੱਖਿਆ ਕਿ ਹਰਿਮੰਦਰ ਸਾਹਿਬ ਵੱਲ ਪਿੱਠ ਨਾ ਹੋਵੇ। ਤੀਸਰਾ, ਅਸੀਂ ਇਹ ਵੀ ਧਿਆਨ ਰੱਖਿਆ ਕਿ ਸਤਨਾਮ ਵਾਹਿਗੁਰੂ ਦਾ ਜਾਪ ਹੋਵੇ ਜਾਂ ਕੀਰਤਨ ਹੋਵੇ, ਜਾਂ ਫਿਰ ਅਸੀਂ ਜਿਹੜੀ ਡਿਮਾਂਡ ਕਰਨੀ ਆ, ਜਿਹੜੇ ਸਾਡਾ ਖਜ਼ਾਨਾ ਨਹੀਂ ਮਿਲਦਾ, ਉਹ ਤੁਸੀਂ ਜੇ ਦੱਸਣ ਵਾਸਤੇ ਨਹੀਂ ਆਏ ਤੇ ਅਸੀਂ ਉਹਨੂੰ ਰਿਪੀਟ ਕਰੀਏ, ਸਿੱਖਾਂ ਨੂੰ ਦਸੀਏ ਕਿ ਇਹ ਸਾਡੇ ਲਈ ਬੜੀ ਬੇਸ਼ਕੀਮਤ ਸਰਮਾਇਆ, ਇਹ ਮਿਲਣਾ ਚਾਹੀਦਾ। ਅਸੀਂ ਇਸ ਵਾਸਤੇ ਇੱਥੇ ਆਏ ਸੀਗੇ। ਤੇ ਇਹ ਈਸ਼ਰ ਸਿੰਘ ਨੇ ਇਲਜ਼ਾਮ ਲਗਾਇਆ ਆਪਣੀ ਵੀਡੀਓ ਦੇ ਵਿੱਚ ਕਿ ਰਣਜੀਤ ਸਿੰਘ ਨੇ ਗੁਰੂ ਰਾਮਦਾਸ ਦੇ ਦਰ ਤੇ ਝੂਠ ਬੋਲਿਆ। ਹੁਣ ਸਾਨੂੰ ਦੱਸ ਦੇਵੇ ਵੀ ਝੂਠ ਕੀ ਬੋਲਿਆ ਤਾਂ ਕਿ ਅਸੀਂ ਉਹਦਾ ਜਵਾਬ ਦਈਏ, ਵਰਨਾ ਅਸੀਂ ਤੇ ਇਹੋ ਹੀ ਕੁਛ ਇਹਦਾ ਚਿੱਠਾ ਹੀ ਪੜ੍ਹ ਕੇ ਸੁਣਾਇਆ ਉੱਥੇ, ਜੋ ਕੁਛ ਇਹਨੇ ਆਪ ਲਿਖਿਆ। ਉਹ ਆਪਣੇ ਕੋਲੋਂ ਕੋਈ ਗੱਲ ਨਹੀਂ ਕੀਤੀ। 267 ਸਰੂਪਾਂ ਦੀ ਗੱਲ ਹੈ ਤਾਂ ਵੀ ਇਹਨਾਂ ਨੇ ਕੀਤੀ ਆਪ। 328 ਸਰੂਪ ਹੈ ਤੇ ਉਹ ਵੀ ਈਸ਼ਰ ਸਿੰਘ ਦੀ ਜ਼ਬਾਨ ਚੋਂ ਨਿਕਲੇ ਕਿ ਇਹਨੇ ਘੱਟ ਨੇ। ਜੇ 200 ਗ੍ਰੰਥ ਨਹੀਂ ਮਿਲ ਰਹੇ ਆਪਣੇ ਪੁਰਾਤਨ ਸਾਡਾ ਖਜ਼ਾਨਾ ਜਿਹੜਾ, ਤੇ ਉਹ ਵੀ ਪ੍ਰਬੰਧਕ ਕਮੇਟੀ ਦੇ ਬਿਆਨ ਨੇ, ਤਾਂ ਅਸੀਂ ਤੇ ਕੋਈ ਰੋਪ ਲਗਾਇਆ ਹੀ ਨਹੀਂ। ਦੂਸਰਾ,